ਵਾਹਿਗੁਰੂ ਸਾਹਿਬ ਜੀ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ, ਪੰਨੀ ਜਾਏ ਨਾ ਧੀਰ ਧਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾਸਣ ਥਾਪਣ ਸੋਆ। ਸਿਧਾਸਨ ਸਭ ਜਗਤ ਦੇ, ਨਾਨਕ ਆਦਮ ਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਆਇਆ ਗੁਰੂ ਨਾਨਕ ਜਗ ਤਾਰਨੇ ਨੂੰ, ਆਇਆ ਸਤਿਗੁਰ ਨਾਨਕ ਜਗ ਤਾਰਨੇ ਨੂੰ। ਆਇਆ ਸਤਿਗੁਰ ਨਾਨਕ ਜਗ ਤਾਰਨੇ, ਆਇਆ ਸਤਿਗੁਰ ਨਾਨਕ ਜਗ ਤਾਰਨੇ ਨੂੰ। ਜਗ ਤਾਰਨੇ ਨੂੰ ਸਤਿਗੁਰ ਜਗ ਤਾਰਨੇ, ਜਗ ਤਾਰਨੇ ਨੂੰ ਸਤਿਗੁਰ ਜਗ ਤਾਰਨੇ ਨੂੰ। ਆਇਆ ਸਤਿਗੁਰ ਨਾਨਕ ਜਗ ਤਾਰਨੇ, ਆਇਆ ਸਤਿਗੁਰ ਨਾਨਕ ਜਗ ਤਾਰਨੇ ਨੂੰ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਸਤਿਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿੰਨੀ ਵੀ ਸੰਗਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸਬਾਈਮਾਨ ਹੈ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਦੇ ਚੌਥੇ ਪਹਿਰ ਜਾਗ ਕਰਕੇ, ਇਸ਼ਨਾਨ ਪਾਣੀ ਕਰਕੇ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਸ ਗਾਇਨ ਕਰਨ ਵਾਸਤੇ ਪ੍ਰਭਾਤ ਫੇਰੀ ਦੇ ਵਿੱਚ ਸਮੂਲੀਅਤ ਕੀਤੀ ਹੈ। ਇੱਕ ਇੱਕ ਕਦਮ ਚੱਲਿਆ ਸਾਡਾ ਲੈ ਕੇ, ਅਸੀਂ ਕਿਹਦੀ ਯਾਦ ਵਿੱਚ ਚੱਲਦੇ ਹਾਂ? ਇੱਕ ਕਦਮ ਗੁਰੂ ਨਾਨਕ ਦੇਵ ਮਹਾਰਾਜ।
ਇੱਕ ਇੱਕ ਕਦਮ ਦਾ ਫਲ ਗੁਰੂ ਨਾਨਕ ਨੇ ਦੇਣਾ। ਸਾਧ ਸੰਗਤ ਜੀ, ਇੱਕ ਇੱਕ ਕਦਮ ਦਾ। ਇਹ ਉਹ ਘਰ ਹੈ ਜਿਹੜੇ ਘਰ ਦੇ ਵਿੱਚ ਕਿਸੇ ਦੀ ਸੇਵਾ ਰੱਖੀ ਨਹੀਂ ਜਾਂਦੀ। ਜਿਹੜਾ ਸਾਹਿਬ ਆਪ ਕਹਿੰਦਾ ਹੈ, ਇੱਕ ਤਿਲ ਨਹੀਂ ਭੰਨੈ ਘਾਲੇ। ਤਿਲ ਕਿੰਨਾ ਕੁ ਹੁੰਦਾ ਹੈ? ਛੋਟਾ ਜਿਹਾ। ਮਹਾਰਾਜ ਕਹਿੰਦੇ ਜੇ ਗੁਰੂ ਨਾਨਕ ਦੇ ਘਰ ਦੀ ਤਿਲ ਜਿੰਨੀ ਵੀ ਕੋਈ ਸੇਵਾ ਕਰ ਦੇਗਾ ਨਾ, ਉਹ ਵੀ ਬਿਰਥੀ ਨਹੀਂ ਜਾਵੇਗੀ। ਤੇ ਜਿਨ੍ਹਾਂ ਨੇ ਇੰਨੇ ਕਦਮ ਚੱਲੇ ਤੇ ਰੋਜ਼ ਚੱਲੇ, ਇਹ ਫਿਰ ਐਵੇਂ ਥੋੜਾ ਲਿਖ ਦਿੱਤਾ ਭਾਈ ਗੁਰਦਾਸ ਨੇ, ਚਰਨ ਸ਼ਰਨ ਗੁਰੇਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਗੁਰੂ ਨਾਨਕ ਦੇ ਚਰਨਾਂ ਵਿੱਚ ਚੱਲ ਕੇ ਜਾ, ਐਸਾ ਪਿਆਰ ਤੈਨੂੰ ਮਿਲੇਗਾ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਭਾਈ ਸਿੱਖ ਦਾ ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ, ਅੱਗੋਂ ਲੈਣ ਆਉਂਦੇ ਨੇ, ਸਿੱਖ ਦਾ ਪ੍ਰੇਮ ਵੇਖ ਕੇ। ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ, ਸਿੱਖ ਦਾ ਪ੍ਰੇਮ ਵੇਖ ਕੇ। ਬਈ ਸਿੱਖ ਦਾ ਪ੍ਰੇਮ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਤ ਬਾਰੰਬਾਰ ਬਾਰ ਗੁਰ ਹਿਤ ਹੈ। ਭਾਵਨੀ ਭਗਤ ਕੌਡੀ ਅਗਰ ਭਾਗ ਰਾਖੈ, ਤਾਹਿ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸਤਿਗੁਰ ਦਇਆਨੰਦ ਮਹਿਮਾ ਗਾਦ ਬੋਲ, ਨਮੋ 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 ਨੇਤ 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 ਹੈ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਜਿਹੜੇ ਗੁਰੂ ਘਰ ਆਉਂਦੇ ਨੇ ਉਹਨਾਂ ਦੇ ਪ੍ਰਤੀ ਉਚਾਰੀ। ਇੱਕ ਇੱਕ ਕਦਮ ਚੱਲਿਆ ਪ੍ਰਭਾਤ ਫੇਰੀ ਦੇ ਵਿੱਚ ਬਿਰਥਾ ਨਹੀਂ ਜਾਏਗਾ। ਉਹਦਾ ਵੀ ਗੁਰੂ ਬਾਬਾ ਜੀ ਨੇ ਫਲ ਦਿੱਤਾ ਹੈ, ਦੇ ਰਿਹਾ ਹੈ, ਅੱਗੇ ਨੂੰ ਵੀ ਦੇਵੇ। ਪਿੱਛੇ ਜਿਹੜੇ ਚੱਲੇ ਨੇ ਉਹਨਾਂ ਨੂੰ ਮਿਲਿਆ ਹੈ, ਰੰਗ ਐਵੇਂ ਨਹੀਂ ਲੱਗੇ ਹੋਏ, ਘਰ ਬਾਰ ਐ ਨਹੀਂ ਸੈੱਟ। ਪਤਾ ਨਹੀਂ ਕਿੰਨੇ ਕੁ ਕਸ਼ਟ ਵਿਘਨ ਗੁਰੂ ਨੇ ਟਾਲੇ, ਕਿੰਨੀਆਂ ਥਾਵਾਂ ਤੇ ਹੱਥ ਦੇ ਕੇ ਰੱਖਿਆ। ਤੇ ਆਪਣੇ ਸਿਆਣੇ ਬਜ਼ੁਰਗ ਬੈਠੇ ਨੇ, ਕਹਿੰਦੇ ਕੋਈ ਦਿੱਤਾ ਲਿਆ ਅੱਗੇ ਆ ਗਿਆ। ਉਹ ਕਿਹੜਾ ਦਿੱਤਾ ਲਿਆ ਹੁੰਦਾ? ਇਹੀ ਹੁੰਦਾ ਜਿਹੜਾ ਚੱਲੇ ਹੁੰਦੇ ਆ ਕਦਮ। ਪ੍ਰਭਾਤ ਫੇਰੀ ਦੇ ਵਿੱਚ, ਗੁਰੂ ਜਸ ਵਿੱਚ, ਗੁਰੂ ਦੀ ਉਸਤਤ ਵਿੱਚ, ਗੁਰੂ ਦੀ ਮਹਿਮਾ ਵਿੱਚ, ਗੁਰੂ ਦੀ ਵਡਿਆਈ ਵਿੱਚ ਜਿੰਨਾ ਵੀ ਪ੍ਰਸ਼ਾਰਤ ਕੀਤਾ ਹੈ,
ਪਿਆਰਿਆ ਉਹ ਬਿਰਥਾ ਨਹੀਂ ਜਾਣਾ, ਉਹ ਲੇਖੇ ਵਿੱਚ ਪੈਣਾ ਸਾਹਿਬ ਨੇ ਕਿਹਾ। ਇਸ ਕਰਕੇ ਸੋ ਸਾਧ ਸੰਗੀ ਸੰਗਤਾਂ ਭਾਗਾਂ ਵਾਲੀਆਂ ਨੇ। ਸਾਰੀ ਸੰਗਤ ਤੇ ਬਜ਼ੁਰਗਾਂ ਤੇ ਬੱਚਿਆਂ ਤੇ ਭੈਣਾਂ ਤੇ ਮਾਤਾਵਾਂ ਤੇ ਸਭ ਤੇ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਮਿਹਰ ਭਰਿਆ ਹੱਥ ਰੱਖਣ। ਭਾਈ ਗੁਰਦਾਸ ਦੀ ਵਾਰ ਤੁਸੀਂ ਮੰਗਲਾ ਚਰਨ 'ਚ ਵੀ ਸਰਵਣ ਕੀਤੀ ਹੈ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਤਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਕੱਲ ਆਪਾਂ ਵਿਚਾਰ ਵੀ ਵੈਸੇ ਇੱਥੇ ਹੀ ਛੱਡੀ ਸੀ। ਇਹ ਵਾਰ ਦੇ 2 ਪੰਕਤੀਆਂ ਦੇ ਅਰਥ ਆਪਾਂ ਕੀਤੇ ਸੀ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ। ਇਹ ਵੀ ਸੁਣ ਲਏ ਸੀ ਅਰਥ ਵੀ ਜਦੋਂ ਸਿੰਘ ਸ਼ੇਰ ਗਰਜਦਾ ਜੰਗਲ ਵਿੱਚ, ਹੋਰ ਜਾਨਵਰਾਂ ਨੂੰ ਭੱਜਣਾ ਪਿਆ। ਜਦੋਂ ਗੁਰੂ ਨਾਨਕ ਪਾਰ ਬ੍ਰਹਮ ਪਰਮੇਸ਼ਰ ਆਏ, ਪਾਪਾਂ ਨੂੰ ਭੱਜਣਾ ਪੈ ਗਿਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਜਿੱਥੇ ਬਾਬਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਜੀ ਨੇ ਚਰਨ ਪਾਏ ਨੇ, ਸਾਧ ਸੰਗੀ ਉਹ ਧਰਤੀ ਨੂੰ ਪੂਜਣ ਯੋਗ ਬਣਾਤਾ। ਆਪਾਂ ਨੂੰ ਪ੍ਰਮਾਣ ਦੀ ਲੋੜ ਨਹੀਂ ਵੈਸੇ, ਕਿਉਂ? ਜਿਹੜੀ ਚੀਜ਼ ਸਾਹਮਣੇ ਹੋਵੇ ਉਹਨੂੰ ਪ੍ਰਮਾਣ ਨਹੀਂ ਦਿੱਤਾ ਜਾਂਦਾ। ਜਿਹੜੀ ਚੀਜ਼ ਸਾਹਮਣੇ ਹੋਵੇ ਉਹਦੀ ਐਗਜ਼ੈਂਪਲ ਨਹੀਂ ਦਿੱਤੀ ਜਾਂਦੀ, ਉਦਾਹਰਨ ਨਹੀਂ ਦੇਣ ਦੀ ਲੋੜ ਹੁੰਦੀ। ਬੌਲੀ ਸਾਹਿਬ ਪਹਿਲਾਂ ਧਰਤੀ ਕਿਵੇਂ ਦੀ ਕਿਵੇਂ ਨਹੀਂ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਚਰਨ ਪਾਏ ਤਾਂ ਹੀ ਰੌਣਕਾਂ ਲੱਗੀਆਂ। ਦੱਸਦੇ ਹਜ਼ਾਰ ਬੰਦਾ ਰੋਜ਼ ਹੋ ਜਾਂਦਾ ਗੁਰੂ ਨਾਨਕ ਦਾ ਜਸ ਗਾਇਨ ਕਰਨ ਵਾਸਤੇ। ਇਹ ਗੁਰੂ ਨਾਨਕ ਨੇ ਚਰਨ ਪਾਏ ਨੇ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਪੂਜਣ ਯੋਗ ਧਰਤੀ ਨੂੰ ਬਣਾਤਾ ਗੁਰੂ ਬਾਬਾ ਜੀ। ਕੁਰੂਕਸ਼ੇਤਰ ਆ ਜੱਬਲਪੁਰ MP ਜਿੱਥੇ ਕੋਈ ਨਾਂ ਹੀ ਨਹੀਂ ਹੈ, ਇੰਨੇ ਉਹ ਹਿੰਦੂ ਵੀ ਰਹਿੰਦੇ ਨੇ। ਸਾਧ ਸੰਗਤ ਉੱਥੇ ਵੀ ਗੁਰਦੁਆਰਾ ਬਣਿਆ ਹੈ ਜਿੱਥੇ ਕੌਡੇ ਰਾਖਸ਼ ਦਾ ਉਧਾਰ ਕੀਤਾ ਮਹਾਰਾਜ। ਉਹ ਜੱਬਲਪੁਰ ਵਿੱਚ ਪੈਂਦਾ MP ਵਿੱਚ। ਉੱਥੇ ਵੇਖ ਲਓ ਸੰਗਲਾ ਦੀਪ ਕਿੱਥੇ ਹੈ। ਤੇ ਹੋਰ ਈਰਾਨ ਅੱਜ ਇੱਧਰ ਜਿਹੜੀਆਂ ਅਫਗਾਨਿਸਤਾਨ ਅਰਬ ਕੰਟਰੀ ਹੈ, ਅਫਗਾਨਿਸਤਾਨ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰਦੁਆਰਾ। ਮੁਸਲਮਾਨ ਕਿਸੇ ਨੂੰ ਮੰਨਦੇ ਨਹੀਂ, ਇੰਨੇ ਸ਼ਰਈ ਨੇ, ਇੰਨੇ ਪੱਕੇ ਨੇ ਸ਼ਰ੍ਹਾ ਦੇ, ਪਰ ਉੱਥੇ ਵੀ ਗੁਰੂ ਨਾਨਕ ਦੇਵ ਮਹਾਰਾਜ। ਮੱਕੇ ਮਦੀਨੇ ਵਾਲੇ ਸਿਰ ਲੱਥ ਜੇ ਉਹਨਾਂ ਦਾ, ਖੁਦਾ ਤੋਂ ਬਗੈਰ ਨਾਮ ਹੀ ਨਹੀਂ ਲੈਂਦੇ ਜ਼ੁਬਾਨ ਤੇ। ਜ਼ੁਬਾਨ ਤੇ ਨਾਮ ਨਹੀਂ ਲੈਂਦੇ ਕਿਸੇ ਨੂੰ। ਬਾਕੀਆਂ ਨੂੰ ਕਾਫਰ ਹੀ ਦੱਸਦੇ ਨੇ, ਜਿੰਨੇ ਆਏ ਨੇ ਦੁਨੀਆ ਦੇ ਅਵਤਾਰ ਉਤੋਂ, ਕਹਿੰਦੇ ਕਾਫਰ ਹੀ ਨੇ ਸਾਰੇ। ਪਰ ਉਹ ਜਿਹੜੇ ਪੱਕੇ ਸ਼ਰਈ ਨੇ, ਗਰਦਨ ਲੱਥ ਜੇ ਪਠਾਨ ਦੀ ਭਾਵੇਂ। ਪਠਾਨ ਵਿੱਚ ਐਵੇਂ ਦਾ ਸਾਧ ਸੰਗੀ ਉਹ ਭਰਿਆ ਜਾਂਦਾ ਗੁਣ। ਜਦੋਂ ਪਠਾਨ ਦੇ ਘਰ ਪੁੱਤਰ ਹੁੰਦਾ ਨਾ, ਚਾਕੂ ਦੇ ਉੱਤੇ 3 ਬੂੰਦਾਂ ਪਾਣੀ ਦੀਆਂ ਪਾ ਕੇ ਮੂੰਹ ਦੇ ਵਿੱਚ ਪਾ ਦਿੰਦੇ। ਗੁੜਤੀ ਇਹ ਦਿੱਤੀ ਜਾਂਦੀ ਹੈ। ਪਠਾਨ ਬੜੇ ਪੱਕੇ ਹੁੰਦੇ ਨੇ ਪਠਾਨ ਲੋਕ। ਆਪਾਂ ਨੂੰ ਕਿਉਂ ਦਿੱਤੀ ਜਾਂਦੀ ਸ਼ਾਸਤਰੀ? ਇੱਕ ਘਰ ਅੰਮ੍ਰਿਤ ਛਕਾਉਣਾ ਸੀ ਬੱਚੇ ਨੂੰ, ਤੇ ਕਹਿੰਦੀ ਮਾਤਾ ਕਹਿੰਦੀ ਆ ਚਿਮਚਾ ਲੈ ਲਓ ਬੱਚੇ ਨੂੰ ਛਕਾ ਦਿਓ। ਮੈਂ ਫਿਰ ਗੁੜਤੀ ਕੀ ਹੋਈ? ਫਿਰ ਅੰਮ੍ਰਿਤ ਸੰਸਕਾਰ ਦੀ ਮਰਿਆਦਾ ਕੀ ਹੋਈ ਜੇ ਚਮਚੇ ਨਾਲ ਹੀ ਛਕਾਉਣਾ ਹੈ? ਫਿਰ ਤਾਂ ਸਾਡੇ ਸਿੱਖ ਧਰਮ ਦੀ ਮਰਿਆਦਾ ਹੀ ਨਹੀਂ ਚਮਚੇ ਵਾਲੀ। ਸ੍ਰੀ ਸਾਹਿਬ ਕੱਢ ਕੇ ਸ੍ਰੀ ਸਾਹਿਬ ਤੇ 5 ਬੂੰਦਾਂ, ਇਹ ਸਾਡੀ ਇਹ ਮਰਿਆਦਾ ਕਿ ਸਿੱਖ ਘਰ ਬੱਚਾ ਬੱਚੀ ਜਨਮ ਲਵੇ, ਸ਼ਾਸਤਰ ਦੀ ਦਿੱਤੀ ਜਾਂਦੀ ਹੈ ਗੁੜਤੀ ਇਹਦੇ ਵਿੱਚ। ਇਹ ਸ਼ਾਸਤਰ ਤਨ ਮਜ਼ਬੂਤ ਇਰਾਦੇ ਬਣਾਏ ਜਾਂਦੇ ਨੇ। ਇਸ ਕਰਕੇ ਸੋ ਸਾਧ ਸੰਗੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਉੱਥੇ ਵੀ ਹੁੰਦਾ ਮੱਕੇ ਮਦੀਨੇ। ਭਾਈ ਗੁਰਦਾਸ ਨੇ ਆਪਣੀ ਵਾਰ ਵਿੱਚ ਲਿਖਿਆ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਭਾਈ ਗੁਰਦਾਸ ਨਹੀਂ ਗਲਤ ਲਿਖ ਸਕਦੇ। ਕਹਿੰਦੇ ਉਹਨਾਂ ਦਾ ਹੱਜ ਹੀ ਕਬੂਲ ਤਾਂ ਹੁੰਦਾ ਹੈ ਜਦ ਤੱਕ ਉਹ ਗੁਰੂ ਨਾਨਕ ਦੀ ਖੜਾਵ ਨੂੰ ਮੱਥਾ ਨਹੀਂ ਟੇਕ ਲੈਂਦੇ। ਵੇਖੋ ਜਿਨ੍ਹਾਂ ਦਾ ਸਿਰ ਹੀ ਨਹੀਂ ਝੁਕਦਾ ਕਿਤੇ, ਉਹ ਗੁਰੂ ਨਾਨਕ ਦੇਵ ਮਹਾਰਾਜ ਦੀ ਖੜਾਵ ਨੂੰ ਪੂਜਦੇ ਨੇ। ਕਿੱਡਾ ਵੱਡਾ ਹੋਏਗਾ ਸਾਡਾ ਸਾਹਿਬ, ਸਾਡਾ ਮਾਲਕ।
ਐ ਥੋੜਾ ਪੰਜਵੇਂ ਪਾਤਸ਼ਾਹ ਨੇ ਲਿਖ ਦਿੱਤਾ ਹੈ। ਉਹ ਜਿਹੜੇ ਕਿਸੇ ਅੱਗੇ ਨਹੀਂ ਝੁਕਦੇ, ਉਹ ਕੌਮ ਦੇ ਲੋਕ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਖੜਾਵਾਂ ਨੂੰ ਮੱਥਾ ਟੇਕਦੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ। ਰਾਖੀ ਮੇਰੀ ਜੀ ਜਿਨ ਕਲ ਰਾਖੀ ਮੇਰੀ। ਰਾਖੀ ਮੇਰੀ ਜੀ ਜਿਨ ਕਲ ਰਾਖੀ ਮੇਰੀ ਜੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ। ਵਾਹ ਜੀ, ਭਾਗਾਂ ਵਾਲੇ ਜਪੋ। ਫਿਰ ਅੱਗੇ ਭਾਈ ਗੁਰਦਾਸ ਜੀ ਕਹਿੰਦੇ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ। ਜਿੰਨੇ ਸਿੱਧਾਂ ਦੇ ਆਸਣ ਸੀ ਨਾ, ਗੋਰਖਨਾਥ ਜਿਹੜਾ ਨਾਨਕ ਮਤਾ ਸਥਾਨ ਹੈ ਨਾ, ਗੋਰਖ ਮਤਾ ਹੈ। ਗੋਰਖ ਮਤਾ ਗੋਰਖ ਦਾ ਸਥਾਨ ਹੈ। ਪਰ ਜਿੱਦਣ ਹਾਰ ਕੇ ਗੁਰੂ ਨਾਨਕ ਨਾਲ ਵਿਚਾਰ ਕਰਕੇ ਉਸ ਦਿਨ ਨਾਨਕ ਮਤਾ ਪੈ ਗਿਆ। ਨਾਨਕ ਮਤਾ ਸਾਹਿਬ ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇਹ ਤਾਂ ਉਦੋਂ ਵਾਕ ਕੀਤੇ ਸੀ ਕਈ ਸੌ ਸਾਲ ਪਹਿਲਾਂ। ਹੁਣ ਆਪਾਂ ਕੋਠੀ ਬਣਾਉਂਦੇ ਹਾਂ, ਪੂਜਾ ਰੂਮ ਕਿੱਥੇ ਰੱਖੀ? ਕਿੰਨੀ ਸੋਹਣੀ ਸੋਚ। ਇੱਕ ਦਿਨ ਗਏ ਸੀ ਪ੍ਰਧਾਨ ਸਾਹਿਬ ਦੇ ਘਰ, ਬੜਾ ਸੋਹਣਾ ਪੂਜਾ ਰੂਮ ਬਣਾਇਆ। ਉੱਥੇ ਬੈਠ ਕੇ ਪਾਠ ਵੀ ਕਰਦੇ ਨੇ, ਸਿਮਰਨ ਵੀ। ਹੋਰ ਵੀ ਬੜੇ ਘਰਾਂ ਨੇ ਬਣਾਏ ਹੋਣੇ ਸਾਧ ਸੰਗੀ। ਘਰ ਦੇ ਵਿੱਚ ਜੇ ਨਾਮ ਹੀ ਬਣਾਏ ਹੋਣ, ਬੱਚੇ ਪਾਠ ਕਰਦੇ ਨੇ, ਕੋਈ ਜਪਜੀ ਸਾਹਿਬ, ਕੋਈ ਸਾਧ ਸੰਗੀ ਚੌਪਈ ਸਾਹਿਬ, ਕੋਈ ਮੂਲ ਮੰਤਰ। ਇਹ ਵੀ ਇੱਕ ਆਸਣ ਹੈ ਜਿੱਥੇ ਬਾਣੀ ਦਾ ਜਾਪ ਹੁੰਦਾ। ਘਰ ਘਰ ਅੰਦਰ ਧਰਮਸਾਲ। ਧਰਮਸਾਲ ਦਾ ਮਤਲਬ ਕੀ? ਜੀ ਧਰਮ ਵਾਲੀ ਥਾਂ, ਸੱਚ ਵਾਲੀ ਥਾਂ। ਜਿੱਥੇ ਧਰਮ ਹੈ, ਜਿੱਥੇ ਸੱਚ ਹੈ, ਜਿੱਥੇ ਸੱਚ ਨਾਲ ਜੁੜਿਆ ਜਾਂਦਾ, ਸੱਚ ਦਾ ਪ੍ਰਚਾਰ, ਉਹ ਆਪਣੇ ਘਰਾਂ ਦੇ ਵਿੱਚ ਵੀ ਬਣੇ ਨੇ। ਤੇ ਫਿਰ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਾਰੀ ਪ੍ਰਿਥਵੀ 9 ਖੰਡਾਂ ਦੀ 7 ਦੀਪਾਂ ਦੀ ਮਹਾਰਾਜ ਗਏ ਨੇ। ਇਹ ਕੱਲ ਆਪਾਂ ਜਿਹੜੀ ਵਾਰ ਸ਼ੁਰੂ ਕੀਤੀ ਸੀ ਨਾ, ਪ੍ਰਕਾਸ਼ ਤੇ, ਉਹਦੇ ਅਰਥ ਕੀਤੇ ਨੇ। ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਹੋ ਗਿਆ। ਇਤਿਹਾਸ ਨਾਲ ਜੁੜੀਏ। ਹੁਣ ਪ੍ਰਕਾਸ਼ ਹੋ ਗਿਆ। ਪਿਤਾ ਕਲਿਆਣ ਦਾਸ ਜੀ ਨੇ ਜਦੋਂ ਸੁਣਿਆ ਦਾਈ ਕੋਲੋਂ, ਦੌਲਤਾਂ ਦਾਈ ਕੋਲ, ਬੜੇ ਖੁਸ਼ੀ ਵਿੱਚ ਆਏ। ਕਹਿਣ ਲੱਗੇ, ਭਲੀਏ ਦੱਸ। ਉਦੋਂ ਕਹਿੰਦੀ ਸੀ 4 ਮਣ ਦਾਣੇ ਵੱਧ ਹੋ ਜਾਣਗੇ, ਬੱਚੇ ਪਲ ਜਾਣਗੇ, ਦੱਸ ਕਿੰਨੇ ਲੈਣੇ? ਗੱਲ ਕਰ। ਸਾਰੇ ਪਰਿਵਾਰ ਦੇ ਬਸਤਰ ਲੈਣੇ ਨੇ। ਕੀ ਲੈਣਾ ਤੂੰ ਮੈਨੂੰ ਪੁੱਤਰ ਦੀ ਖਬਰ ਸੁਣਾਈ ਹੈ। ਸਾਧ ਸੰਗਤ ਗ੍ਰਸਤੀ ਵਿੱਚ ਸਭ ਤੋਂ ਵੱਧ ਖੁਸ਼ੀ ਦਾ ਸਮਾਂ, ਸਭ ਤੋਂ ਪਿਆਰੀ ਦਾਤ ਇਹ ਮਹਾਂਪੁਰਸ਼ਾਂ ਦੇ ਤੱਤ ਨੇ, ਪੁੱਤਰ ਦੀ ਦਾਤ। ਜਿੰਨਾ ਮਰਜੀ ਕੋਠੀਆਂ ਮਹਿਲ ਮਾੜੀਆਂ ਜੋ ਮਰਜੀ ਘਰ ਵਿੱਚ ਹੋਵੇ, ਪਿਆਰੀ ਦਾਤ ਉਹੀ ਲੱਗਦੀ ਸਭ ਤੋਂ ਜ਼ਿਆਦਾ ਪਿਆਰੀ। ਉਹਦੇ ਵਾਸਤੇ, ਪੁੱਤਰਾਂ ਵਾਸਤੇ ਲੋਕੀ ਸਭ ਕੁਛ ਨਿਸ਼ਾਵਰ ਵੀ ਕਰਦੇ ਨੇ। ਮਤਲਬ ਪੁੱਤਰ ਦੀ ਦਾਤ ਪਿਆਰੀ ਹੈ। ਆਹ ਤਾਂ ਧੰਨ ਨੇ ਮਾਂ ਪਿਓ ਜਿਨ੍ਹਾਂ ਨੇ ਇੱਕ ਪੁੱਤਰ ਹੈ ਬਾਹਰ ਵੀ ਭੇਜੇ ਹੋਏ।
ਇਹ ਤਾਂ ਜਿਗਰ ਦੇ ਟੁੱਟੇ ਦੂਰ ਕਰਨੇ ਆਪਣੇ ਨਾਲੋਂ ਕੋਈ ਸੌਖੀ ਗੱਲ ਥੋੜਾ ਹੈ। ਪਰ ਦੂਜੇ ਪਾਸੇ ਇਹ ਵੀ ਹੈ ਵੀ ਚੱਲ ਬੱਚੇ ਸੈੱਟ ਹੋ ਜਾਣ, ਜ਼ਿੰਦਗੀ ਲਾਈਫ ਇਹਨਾਂ ਦੀ ਸੈੱਟ ਹੋ ਜੇ। ਮਾਂ ਪਿਓ ਆਪਣੇ ਬੱਚਿਆਂ ਨੂੰ ਸਦਾ ਸੁਖੀ ਵੇਖਣਾ ਚਾਹੁੰਦੇ ਨੇ, ਹੋਰ ਚਾਰਾ ਵੀ ਕੋਈ ਨਹੀਂ ਹੈ। ਇੱਥੇ ਸਰਕਾਰਾਂ ਹੀ ਦੁਸ਼ਮਣ ਬਣੀਆਂ ਹੁਣ ਸਿੱਖਾਂ ਦੇ, ਉੱਥੇ ਆਸ ਵੀ ਕੀ ਹੈ ਮੁਰਾਤਬਿਆਂ ਦੀ। ਇਸ ਕਰਕੇ ਫਿਰ ਮਾਂ ਪਿਓ ਨੂੰ ਵੇਖਣਾ ਵੀ ਪੈਂਦਾ, ਪਰ ਬੜਾ ਔਖਾ ਹੈ ਸਤਸੰਗ। ਕਹਿਣਾ ਸੌਖਾ ਹੈ, ਪਰ ਜਿਹੜੀ ਮਾਂ ਦਾ ਇੱਕੋ ਇੱਕ ਪੁੱਤਰ ਗਿਆ ਹੋਵੇ ਉਹਨੂੰ, ਉਹਦੇ ਦਿਲ ਨੂੰ ਪੁੱਛੋ ਕਿਵੇਂ ਹੂ ਪੈਂਦੀ, ਉਹਨੂੰ ਧੂ ਪੈਂਦੀ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਹੋ ਗਿਆ। ਪੁੱਤਰ ਦੀ ਖੁਸ਼ੀ ਬੜੀ ਹੈ। ਪਿਤਾ ਕਲਿਆਣ ਦਾਸ ਸਭ ਤੋਂ ਪਿਆਰੀ ਦਾਤ ਪੁੱਤਰ। ਕਹਿਣ ਲੱਗੇ ਮੈਨੂੰ ਹੁਣ ਲੋੜ ਨਹੀਂ। ਜਦੋਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਸੀ ਨਾ ਪ੍ਰਕਾਸ਼ ਦੇ, ਇਹਦੀ ਅਵਸਥਾ ਬ੍ਰਹਮ ਗਿਆਨ ਵਿੱਚ ਤੁਰ ਗਈ ਸੀ। ਉੱਥੇ ਦੁਨੀਆ ਦੇ ਸਾਰੇ ਪਦਾਰਥ ਜਿਵੇਂ ਇੱਕ ਸਮੁੰਦਰ ਹੋਵੇ, ਇੱਕ ਬੂੰਦ ਹੋਵੇ। ਆਪਾਂ ਜਿਹੜੀਆਂ ਕੋਠੀਆਂ, ਧਨ ਪਦਾਰਥ, ਪੈਲੀਆਂ, ਇੱਕ ਬੂੰਦ ਮਾਤਰ ਨੇ। ਇਹਦੇ ਵਿੱਚ ਅਸੀਂ ਵੀ ਹਾਂ, ਮਾਇਆ ਵਿੱਚ ਗਲਤਾਨ। ਇਹ ਨਹੀਂ ਵੀ ਅਸੀਂ ਬਹੁਤ ਉਹ ਹਾਂ। ਆਪਾਂ ਦੁਨਿਆਵੀ ਜਾਲ ਵਿੱਚ ਇੰਨਾ ਫਸੇ ਹਾਂ, ਗਲਤਾਨ ਆ, ਸਾਨੂੰ ਬੂੰਦ ਸਮੁੰਦਰ ਨਾਲ ਵੱਡੀ ਲੱਗ ਰਹੀ ਹੈ। ਬੂੰਦ ਹੈ ਸਮੁੰਦਰ ਹੈ ਬਾਣੀ, ਸਮੁੰਦਰ ਹੈ ਨਾਮ ਸਿਮਰਨ, ਸਮੁੰਦਰ ਹੈ ਗੁਰੂ ਅਕਾਲ ਪੁਰਖ। ਹੁਣ ਸਮਝ ਨਾ ਹੋਣ ਕਰਕੇ ਸਾਨੂੰ ਜਿਹੜਾ ਘਰ ਦੇ ਧਨ ਪਦਾਰਥ ਨੇ ਉਹ ਵੱਡੇ ਲੱਗਦੇ, ਉਹ ਮੰਗਦੇ ਆਪਾਂ। ਮਹਾਰਾਜ ਕਹਿੰਦੇ ਨੇ ਮੰਗਣਾ ਮੰਗਣ ਨੀਕਾ ਹਰ ਜਿਸ ਗੁਰ ਤੇ ਮੰਗ। ਗੁਰੂ ਸਾਹਿਬ ਨੂੰ ਪੁੱਛਿਆ ਸੀ ਮਹਾਰਾਜ ਦੁਨੀਆ ਤੇ ਮੰਗਣੀ ਚੀਜ਼ ਕਿਹੜੀ ਚੰਗੀ ਹੈ? ਨੀਕਾ ਚੰਗਾ, ਮੰਗਣਾ ਕੀ ਚੰਗਾ ਹੈ? ਮਹਾਰਾਜ ਕਹਿੰਦੇ ਹਰ ਜਸ ਗੁਰ ਤੇ ਮੰਗਣਾ। ਗੁਰੂ ਤੋਂ ਜਸ ਮੰਗ ਲੈ, ਬਸ ਸਾਰਾ ਕੁਛ ਆਪੇ ਮਿਲਦਾ ਸਭ ਤੋਂ। ਮਹਾਰਾਜ ਨੂੰ ਪੁੱਛਿਆ ਮਹਾਰਾਜ ਜੇ ਅਸੀਂ ਹੋਰ ਦਾਤਾ ਮੰਗ ਲਈਏ ਉਹਨਾਂ ਵਾਸਤੇ ਸਦਾ ਸੁੱਖ ਹੈ? ਮਹਾਰਾਜ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਉ ਨਾਮ ਸੰਤੋਖੀਆ, ਉਤਰੈ ਮਨ ਕੀ। ਜੋ ਵੀ ਮੰਗ ਲਾਂਗੇ ਦੇ ਦੇਗਾ ਗੁਰੂ, ਪਰ ਉਹਦਾ ਨਤੀਜਾ ਲਾਸਟ ਵਿੱਚ ਦੁੱਖ ਹੈ, ਉਹਦੇ ਚ ਦੁੱਖ ਨਿਕਲਣਾ। ਵਿਣ ਤੁਧ ਹੋਰ ਜੇ ਮੰਗਣਾ, ਨਾਮ ਤੋਂ ਬਿਨਾਂ ਦੁੱਖ ਨਿਕਲੇਗਾ, ਦੁੱਖ ਦਾ ਕਾਰਨ ਬਣੇਗਾ, ਬਾਣੀ ਕਹਿੰਦੀ। ਪਰ ਨਾਮ ਵਿੱਚ ਸੱਚਾ ਸੁੱਖ ਹੈ ਸਾਧ ਸੰਗੀ। ਉਹਦੀ ਅਵਸਥਾ ਇੰਨੀ ਉੱਚੀ ਹੋ ਗਈ, ਸਮੁੰਦਰ ਤਰ੍ਹਾਂ ਆਨੰਦਮਈ ਜੀਵਨ ਹੋ ਗਿਆ ਬ੍ਰਹਮ ਗਿਆਨ ਵਿੱਚ। ਹੁਣ ਆ ਧਨ ਪਦਾਰਥ ਬੂੰਦ ਮਾਤਰ ਨੇ। ਦੌਲਤਾਂ ਦਾਈ ਜਿਹੜੀ ਮੰਗਦੀ ਸੀ, ਨਾਂ ਦੀ ਦੌਲਤਾਂ ਸੀ, ਪਰ ਜੀਵਨ ਵਿੱਚ ਦੌਲਤ ਨਹੀਂ ਮਿਲੀ ਸੀ। ਦੌਲਤਾਂ ਉਦਣ ਮਿਲੀ ਸੀ ਜਿੱਦਣ ਗੁਰੂ ਨਾਨਕ ਦੇ ਦਰਸ਼ਨ ਹੋ ਗਏ ਸੀ। ਤੇ ਕਹਿੰਦੀ ਸੀ ਜਿਵੇਂ ਆਪਾਂ ਕਹਿੰਦੇ ਆਪਾਂ ਭਾਗਾਂ ਵਾਲੇ ਆ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਵੈਸੇ ਇੱਥੇ ਇਸਤਰੀ ਲਿੰਗ ਮੈਂ ਭਾਗਾਂ ਵਾਲੀ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਪਰ ਸੰਗਤ ਬਹੁ ਰੂਪ ਹੈ, ਬਹੁ ਵਚਨ ਹੈ। ਆਪਾਂ ਭਾਗਾਂ ਵਾਲਾ ਸ਼ਬਦ ਪੜਾਂਗੇ ਇੱਥੇ। ਤੇ ਉਹਨੇ ਕਿਹਾ ਸੀ ਮੈਂ ਭਾਗਾਂ ਵਾਲੀਆਂ, ਦਰਸ਼ਨ ਹੋ ਗਏ। ਤੇ ਆਪਾਂ ਕਵਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ, ਮੈਂ ਭਾਗਾਂ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਭਾਗਾਂ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ। मैं भागा वाला जी, दर्शन हो गए, दर्शन हो गए। मैं भागा वाला जी, दर्शन हो गए, दर्शन हो गए। ਮੈਨੂੰ ਹੁਣ ਇਹ ਚੀਜ਼ਾਂ ਦੀ ਲੋੜ ਨਹੀਂ, ਕੱਪੜਾ ਦਾਣਾ ਕੀ ਇਹ ਚੀਜ਼ਾਂ, ਇਹ ਕੁਛ ਵੀ ਨਹੀਂ ਹੈ। ਜਿੱਥੇ ਅਵਸਥਾ ਪਹੁੰਚ ਗਈ ਤੇਰੇ ਲਾਲ ਦੇ ਦਰਸ਼ਨ ਕਰ। ਕਹਿੰਦੇ ਦੌਲਤਾਂ ਵਾਲੀ ਉਦਣ ਹੀ ਹੋਈ। ਆਪਾਂ ਆਖਾਂਗੇ ਮਾਇਆ ਤੇ ਲਈ ਨਹੀਂ ਦੌਲਤਾਂ,
फिर दौलत वाली किवें हो गई? जिहड़ी दौलत गुरु नानक ने दौलतां दाई नूं दित्ती है ना, दुनिया 'च कोई दे ही नहीं सकता। साध संगत जी भावें करोड़पति है, 5-10 साल बाद, हद 20 साल बाद, हद 50 साल बाद, कौन याद रखेगा? चल 100 साल ही मान लो, एक सदी, बहुता ही कोई पुण्यदान किया हो रख लेगा। एक दौलतां दाई है, 600 साल हो गए, 600 साल ते अज भी उन्हें याद कर रहे हैं। इस तो वड्डी दौलत मिल सकती? नहीं मिल सकती। 600 साल, 6 सदियां हो गई हुण जिन्हों, अज भी उन्हें याद कर रहे हैं। दौलतां दाई जिवें आपां कहने बाबा मक्खण शाह, वो शाह माया करके दा गुरु ने दोवां पाखों बनाया भी, जिवें सैकड़ियां नाल जहाज चलदे। बाबा मक्खण शाह लुबाणा, बड़े जम्मणगे करोड़पति अरबपति, कौन जानेगा उन्होंने 10-20 साल 50 साल। अब्बल तो हुण ही लानतां, हुण अबानी वाले दुनिया विच अमीर ने, लानतां पै रहीआं ने, किन्ने याद रखना बाद चों। एक बाबा मक्खण शाह लुबाणा जिन्होंने गुरु तेग बहादुर महाराज दा सिर ते हत्थ है, कहंदे माया करके भी कौम रहेगी शाह ते भगती करके भी शाह रहेगी। सदा ही शाह, दुनिया के जद तक संसार रहेगा वो मक्खण शाह तो शाह ही बनया रहेगा। है ना, जो भी गुरु तेग बहादुर महाराज का इतिहास सुनाने, किन्ने 100 साल हो गए ने, सैकड़ियां नाल ही हो गए ने, 400 साल लगभग। ते फिर हजे तक उन्होंने वेखो नाम ते रहिंदी दुनिया तक रहना। लखी शाह, गुरु ने 2 ही शाह बनाए ने दुनिया ते, बस 2 शाह एक कौम विच। लखी शाह वर्गा नहीं दुनिया ते मक्खण शाह वर्गा नहीं, दुनिया ते सदा ही रहणगे। सत्संग अपनी कौम का, लुबाणा कौम का एडा बड़ा महान इतिहास है। फकर नाल सिर उच्चा होंदा, सत्संग दी छाती चौड़ी टोर करके तुर सकता है लुबाणा सिंह। एडा मेरा इतिहास है महान गुरु नानक दे घर विच। ऐसा साडे वड्डियां दा पूर्ण है। जपी तपी भी होए ने, संत भी बड़े बड़े होए ने। संत बाबा प्रेम सिंह, संत बाबा बिशन सिंह, एडे एडे पहुंचे महापुरुष, रूहां भी हुई। इस करके साध संगी दौलतां दाई ने ऐसी दौलत दी, सदा वास्ते दौलतां वाली बना दी। फिर पिता कल्याण दास जी, उदों उस वक्त का रिवाज सी, जिहड़ी अपनी कुल का प्रोत हुंदा है। हिंदू धर्म में अजे भी प्रोत ने साध संगी। जो हरिद्वार जाते हैं ना, दादे पड़दादे पता नहीं किन्ने दस देंदे ने, अपने प्रोत को ही जाते हैं। जो भी जाते आ बजुर्गों को पता है गल्लां दा। हुण अपने ते किरपा करती मारे ना किरतपुर साहब, पर उन्होंने अजे भी जाते, फिर उन्होंने प्रोत होंगे ने अपने। सो साध संगी अपने प्रोत हरदयाल कोल गए, रात का समा सी। कहते इस वक्त, कहते हाँ इस वक्त आए मेरे घर पुत्र होया, जन्म पत्री लिखो। कहते चलो मैं आउंदा, तुसीं चलो। कहते 5 घड़ियां दिन चढ़िया, फिर आया सी हरदयाल पंडित। आके क्या केसर कागद चावल गुड़ आदि के थाली च पा के, जो उस वक्त दे रिवाज सी साध संगी रखते होंगे सी नाल, ते वो पा के ले आए। ये जन्म साखी च भी लिखे। कहते दसो किहड़े टाइम बच्चे ने जन्म लिया? पिता कल्याण दास जी कहते मैनू तो पता नहीं, ये गल का तो दाई नहीं पता। दाई ने पूछया, दौलता दाई ने, हाँ दस कि उस वक्त शब्द कोई बोले गए कि आम बच्चों तरह रोए? गुरु नानक रोए नहीं आम बच्चे। बच्चा रोंदा जो जन्म होंदा। जो दौलता दाई ने देखा जी महाराज मुस्कुरा रहे हैं, सच्चे पातशाह धन गुरु नानक देव महाराज, वो बच्चे थोड़ा सी, वो तो रब आए सी आप। ये बच्चा रोंदा क्यों है? गुरु अमरदास नूं पुछो। इत्थे नितनेम नेमी बड़े सिंह ने, नितनेम करने वाले तुसीं बैठे हो। नितनेम की 5वीं बाणी विच गुरु अमरदास महाराज कहते लिव छुड़की लगी तृष्णा माया अमर वरताया।
ਲਿਵ ਜਦੋਂ ਟੁੱਟੀ ਨਾ ਰੱਬ ਨਾਲੋਂ, ਅੰਦਰ ਲਿਵ ਜੁੜੀ ਸੀ, ਉਹ ਲਿਵ ਦੇ ਕਾਰਨ ਹੀ ਉਹਦੇ ਕੋਲ ਸਾਰੀ ਡੋਜ਼ ਮਾਤਾ ਦੀ ਪਹੁੰਚ ਰਹੀ ਸੀ। ਉਹ ਲਿਵ ਦੇ ਕਾਰਨ ਅੰਦਰ ਖੁਰਾਕ ਜਾਂਦੀ ਸੀ। ਮਾਤਾ ਕੇ ਉਦਰ ਮੈਂ ਪ੍ਰਤਿਪਾਲ ਕਰੇ, ਸੋ ਕੇ ਮਨੋ ਵਿਸਾਰੀ ਹੈ, ਮਨੋ ਕਿਉ ਵਿਸਾਰੀ ਹੈ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਅਗਨ ਜਠਰ ਅਗਨ, ਜਿਹੜੀ ਚੀਜ਼ ਖਾਓ ਭਸਮ ਹੋ ਜਾਂਦੀ ਹੈ, ਅੱਗੇ ਕਿਵੇਂ ਜਾਂਦੀ ਫਿਰ? ਇਹ ਰੱਬ ਹੀ ਪਹੁੰਚਾਉਂਦਾ ਨਾ, ਕੋਈ ਡਾਕਟਰ, ਕੋਈ ਸਾਇੰਟਿਸਟ, ਕੋਈ ਵਿਗਿਆਨਿਕ ਨਹੀਂ ਪਹੁੰਚਾਉਂਦਾ। ਲਿਵ ਛੁੜਕੀ, ਲਿਵ ਟੁੱਟਦੀ ਹੈ। ਜਦੋਂ ਲਿਵ ਟੁੱਟਦੀ ਹੈ ਉਦੋਂ ਬੱਚਾ ਰੋਂਦਾ ਹੈ। ਅੱਜ ਵੀ ਜਦੋਂ ਰੱਬ ਨਾਲੋਂ ਟੁੱਟਦਾ ਹੈ, ਦੁਨਿਆਵੀ ਪਦਾਰਥਾਂ ਵਿੱਚ ਭਾਵੇਂ ਧਨ ਪਦਾਰਥ ਬੜੇ ਹੋ ਜਾਂਦੇ ਨੇ, ਪਰ ਸਾਧ ਸੰਗਤ ਜੀ ਰੋਂਦਾ ਹੈ। ਉੱਪਰੋਂ ਉੱਪਰੋਂ ਮਹਿਲਵਾੜੀਆਂ ਨਹੀਂ ਸੁਖੀ ਦਿਸਦਾ, ਪਰ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਰੋਂਦੀ ਦੇਖੀ ਜੀ ਬਿਨਾ ਹਰ ਨਾਮ ਤੋਂ, ਰੋਂਦੀ ਦੇਖੀ ਜੀ ਬਿਨਾ ਹਰ ਨਾਮ ਤੋਂ, ਰੋਂਦੀ ਦੇਖੀ ਜੀ ਬਿਨਾ, ਹਾਂ ਰੋਂਦੀ ਦੇਖੀ, ਰੋਂਦੀ ਦੇਖੀ ਜੀ ਦੁਨੀਆ, ਰੋਂਦੀ ਦੇਖੀ ਜੀ ਬਿਨਾ ਹਰ ਨਾਮ, ਰੋਂਦੀ ਦੇਖੀ ਜੀ ਬਿਨਾ ਹਰ ਨਾਮ ਤੋਂ, ਰੋਂਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਦੌਲਤਾਂ ਦਾਈ ਨੂੰ ਪੁੱਛਿਆ ਗਿਆ, ਸਾਧ ਸੰਗਤ ਜੀ ਕੀ ਸ਼ਬਦ ਲੈ ਕੇ ਆਏ? ਉਸ ਵਕਤ ਟਾਈਮ ਕੀ ਸੀ? ਦੌਲਤਾਂ ਦਾਈ ਸਾਧ ਸੰਗਤ ਜੀ ਦੱਸਦੀ ਹੈ, ਕਹਿਣ ਲੱਗੇ ਹੱਸ ਰਹੇ ਸੀ ਗੁਰੂ ਨਾਨਕ ਦੇਵ ਮਹਾਰਾਜ। ਸਾਧ ਸੰਗਤ ਜੀ ਸਾਡੇ ਘਰਾਂ ਵਿੱਚ ਖੇੜੇ ਖਿਡੌਣੇ ਨੇ, ਬਾਣੀ ਨਾਲ, ਗੁਰੂ ਨਾਲ, ਸਿਮਰਨ ਨਾਲ ਜੁੜੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰ, ਮਾਇਆ ਦਾ ਹੀ ਜਾਲ ਪੈਂਦਾ ਫਿਰ ਦੁੱਖ। ਸਾਨੂੰ ਸਾਰਿਆਂ ਨੂੰ ਚਾਹੀਦਾ ਘਰ ਵੀ ਚੰਗਾ, ਜਿੱਡਾ ਤੁਹਾਡਾ ਬਣਿਆ ਇਸ ਨਾਲੋਂ ਦੁੱਗਣਾ ਬਣੇ। ਗੁਰੂ ਮਹਾਰਾਜ ਤਾਂ ਕਹਿੰਦੇ ਨੇ ਸੋਨੇ ਦਾ ਬਣੇ। ਗੁਰੂ ਦੀ ਇਹ ਇੱਛਾ ਨਹੀਂ ਵੀ ਤੁਸੀਂ ਸਿੱਖ ਝੌਂਪੜੀਆਂ 'ਚ ਰਵੇ, ਨਹੀਂ ਨਹੀਂ, ਗੁਰੂ ਦੀ ਇੱਛਾ ਸਿੱਖ ਮਹਿਲਾਂ 'ਚ ਭਾਵੇਂ ਰਵੇ। ਇਹ ਗੱਲ ਨਹੀਂ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ, ਸੋਨੇ ਦੇ ਮੰਦਰ ਲਿਖਿਆ ਉੱਥੇ। ਸੋਨੇ ਦੇ ਮੰਦਰ ਮਾਰੇ ਕਹਿੰਦੇ ਸੋਹਣੇ ਲੱਗਦੇ ਨੇ, ਉਹ ਸੋਨੇ ਦੇ ਹੀ ਮੰਦਰ ਨੇ ਜਿਹੜੇ ਘਰ ਵਿੱਚ ਬਾਣੀ ਹੈ, ਸਿਮਰਨ, ਸੋਭ ਨਿਕਲੇ। ਇਹ ਗੱਲ ਨਹੀਂ ਹੈ ਵੀ ਨਾ ਹੋਵੇ, ਬੜਾ ਹੋਵੇ, 100 ਕਿੱਲਾ 200 ਕਿੱਲਾ ਹੋਵੇ, ਸਿੱਖ ਬਹੁਤ ਕੁਛ ਹੋਵੇ, ਪਰ ਇੱਕ ਦਾਤ ਨਾਲ ਵੀ ਮੰਗੋ, ਮਹਾਰਾਜ ਤੁਹਾਡੇ ਨਾਲ ਜੁੜੇ ਰਹੇ, ਬਾਣੀ ਨਾਲ, ਸਿਮਰਨ ਨਾਲ ਜੁੜੇ ਰਹੇ, ਫਿਰ ਜੀ ਇਹ ਚੀਜ਼ਾਂ ਸਾਰੀਆਂ ਸੁਖਦਾਇਕ ਨੇ ਤੇਰੇ ਵਾਸਤੇ। ਇਸ ਕਰਕੇ ਕਹਿੰਦੀ ਮਹਾਰਾਜ ਪੰਡਤ ਜੀ ਨੂੰ ਕਹਿੰਦੀ, ਉਹ ਹੱਸ ਰਹੇ ਸੀ ਤੇ ਪ੍ਰਕਾਸ਼ ਸੀ, ਕੁਛ ਆਵਾਜ਼ਾਂ ਵੀ ਗੈਬੀ ਆ ਰਹੀਆਂ ਸੀ, ਸਮਝ ਤੋਂ ਪਰੇ ਦੀ ਗੱਲ ਸੀ। ਤੇ ਕਹਿਣਗੇ ਟਾਈਮ ਕੀ ਸੀ? ਕਹਿੰਦੇ ਆ 12 ਵਜੇ ਤੋਂ ਬਾਅਦ ਸੀ ਟਾਈਮ। 2 ਪਹਿਰ ਰਾਤ ਬੀਤੀ ਲਿਖਿਆ ਜਨਮ ਸਾਖੀ ਵਿੱਚ, 6 ਤੋਂ 9, 9 ਤੋਂ 11 ਦੂਜਾ ਪਹਿਰ, 3 ਘੰਟੇ ਦਾ ਇੱਕ ਪਹਿਰ ਹੁੰਦਾ। 4 ਪਹਿਰ ਦੀ ਰਾਤ, 4 ਪਹਿਰ ਦਾ ਦਿਨ ਹੁੰਦਾ। 6 ਤੋਂ 9 ਰਾਤ ਦਾ ਪਹਿਲਾ ਪਹਿਰ, 9 ਤੋਂ 11 ਦੂਜਾ ਪਹਿਰ, 11 ਤੋਂ ਫਿਰ ਸਾਧ ਸੰਗਤ ਜੀ 3 ਵਜੇ ਆਪਣਾ 11 ਤੋਂ 1, 2 ਵਜੇ ਤੱਕ ਇਹ ਸ਼ੁਰੂ ਹੋ ਜਾਂਦਾ ਤੀਜਾ ਪਹਿਰ। ਜਦੋਂ ਕਹਿਣ ਲੱਗੇ 2 ਪਹਿਰ ਰਾਤ ਗੁਜ਼ਰੀ ਸੀ ਤੇ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਲਗਭਗ ਮਹਾਰਾਜ ਦਾ ਪ੍ਰਕਾਸ਼ ਹੋਇਆ। 9 ਤੋਂ 11 ਤੇ 11 ਤੋਂ ਬਾਅਦ ਜਿਹੜਾ ਦੂਸਰਾ ਪਹਿਰ ਚੱਲਦਾ ਉਹ ਬੀਤ ਗਿਆ ਸੀ। ਉਸ ਤੋਂ ਬਾਅਦ 7 ਤੋਂ 9, 9 ਤੋਂ 11 ਜਿਹੜਾ ਪਹਿਰ ਸੀ 12 ਵਜੇ ਤੱਕ ਬਣਦਾ। ਵੈਸੇ 6 ਤੋਂ 9 3 ਘੰਟੇ ਹੁੰਦੇ ਨੇ, ਇਹ ਸਾਨੂੰ ਥੋੜਾ ਜਿਹਾ ਕਨਫਿਊਜ਼ ਹੋ ਗਏ। 6 ਤੋਂ 9 ਕਿਉਂਕਿ 6 ਤੋਂ 8 2 ਘੰਟੇ ਹੁੰਦੇ ਨੇ, 9 ਤੱਕ 3 ਘੰਟੇ ਬਣਦੇ, 9 ਤੋਂ 12 ਤੱਕ ਫਿਰ 3 ਘੰਟੇ ਬਣਦੇ, 2 ਪਹਿਰ। 12 ਤੋਂ 3 ਵਜੇ ਤੱਕ ਤੀਸਰਾ ਪਹਿਰ ਹੁੰਦਾ। ਚੌਥਾ ਪਹਿਰ ਜਿਹੜਾ ਆਪਾਂ ਜੁੜੇ ਬੈਠੇ ਹਾਂ, ਜਿਹੜੀ ਗੁਰੂ ਬਾਬਾ ਜੀ ਨੇ ਸਾਨੂੰ ਕਿਹਾ, ਇਹ 3 ਤੋਂ 6
क्योंकि फिर बाद जो पुछते बाबा जी आ सी वो सी, कई बार विचार करते हो जाता बैलेंस थोड़ा जिहा फर्क पै जाए। इस करके ये तीसरे पैर के लगभग 12 बजे तो बाद महाराज का प्रकाश होया ते पंडित कहंदा अनुराधा छत्र 27 नक्षत्रीय ਜਿਹੜੇ ਇਹ ਟਾਈਮ ਵਿੱਚ ਆਇਆ ਨਾ, ਇਹ ਟਾਈਮ ਮੇਰੀ ਪੱਤਰੀ ਅਨੁਸਾਰ ਰੱਬ ਦਾ ਆਪ ਆਉਂਦਾ ਹੈ। ਇਹ ਮੂਰਤ ਕਿਤੇ ਸਦੀਆਂ ਬਾਅਦ ਆਉਂਦੇ ਨੇ। ਕਹਿਣਗੇ ਪਿਤਾ ਕਲਿਆਣ ਦਾਸ ਜੀ ਨੂੰ ਜਿਹੜਾ ਤੇਰੇ ਘਰ ਆਇਆ ਨਾ ਬੜਾ ਮਹਾਨ ਹੈ, ਇਹਦਾ ਨਾਮ ਮੈਨੂੰ 13 ਦਿਨ ਚਾਹੀਦੇ ਨੇ। 13 ਦਿਨ, 13 ਦਿਨਾਂ ਦੇ ਵਿੱਚ ਵੀ ਫਰਕ ਹੈ ਸੱਸ ਜੀ ਨਾ, ਗਿਆਨ ਹੈ। 13 ਗੁਰੂ ਨਾਨਕ ਦਾ 13 ਅਕਾਲ ਪੁਰਖ 13 ਤੇਰੇ ਦਾ ਨਾਮ ਵੀ ਫਿਰ ਉਹਨੇ ਆਪ ਹੀ ਰੱਖਣਾ ਨਾ। 13 ਦਿਨ ਸੋਚਣ ਵਾਸਤੇ ਲੱਗੇ। ਕਹਿੰਦੇ ਚੋਲਾ ਵੀ ਮੈਂ ਪਹਿਨਾਵਾਂਗਾ। ਗੁਰੂ ਨਾਨਕ ਦੇਵ ਮਹਾਰਾਜ ਚੋਲਾ ਵੀ ਲੈ ਕੇ ਆਏ ਸੀ ਤੇ ਨਾਂ ਰੱਖਿਆ ਨਾਨਕ ਨਿਰੰਕਾਰੀ। ਮਹਾਰਾਜ ਨੇ ਆਪ ਹੀ ਰਖਾਇਆ ਸੀ, ਅਕਾਲ ਪੁਰਖ ਨੇ ਉਹ ਤਾਂ ਵਿਧ ਬਣਾਤੀ। ਪਿਤਾ ਕਲਿਆਣ ਦਾਸ ਜੀ ਉਪਰਾਮ ਹੋਏ। ਕਹਿੰਦੇ ਕਲਿਆਣ ਦਾਸ ਜੀ ਉਪਰਾਮ ਕਿਉਂ ਹੁੰਦੇ? ਕਹਿੰਦੇ ਨਾਂ ਠੀਕ ਨਹੀਂ ਰੱਖਿਆ। ਕਹਿੰਦੇ ਨਾਂ ਕਿਉਂ ਨਹੀਂ ਠੀਕ ਰੱਖਿਆ? ਕਹਿੰਦੇ ਹਿੰਦੂਆਂ ਤੇ ਪੀਰ ਆਪਣਾ ਮੁਸਲਮਾਨਾਂ ਦਾ ਸਾਂਝਾ ਹੋ ਗਿਆ, ਨਾਨਕ ਨਿਰੰਕਾਰੀ। ਇਹ ਦੋਵਾਂ ਕੌਮਾਂ ਦਾ ਸਾਂਝਾ ਹੋ ਗਿਆ। ਤਾਂ ਪੰਡਤ ਹਰਦਿਆਲ ਜੀ ਕਹਿੰਦੇ ਜਿਹੜਾ ਤੇਰੇ ਘਰ ਆਇਆ ਨਾ, ਇਹਨੂੰ ਦੁਨੀਆ ਦੇ ਸਾਰੇ ਯਾਦ ਕਰਨਗੇ। ਸੱਸ ਜੀ ਗੁਰੂ ਨਾਨਕ ਦੇ ਪਤਾ ਨਹੀਂ 27 ਤੋਂ ਉੱਪਰ ਨਾਮ ਨੇ, 27 ਤੋਂ ਉੱਪਰ। ਅਰਬ ਕੰਟਰੀ 'ਚ ਹੋਰ, ਈਰਾਨ 'ਚ ਹੋਰ, ਤਿੱਬਤ 'ਚ ਹੋਰ, ਮੱਕਾ ਮਦੀਨਾ 'ਚ ਹੋਰ। ਅੱਲਾਹ ਤਾਲਾ ਗੁਰੂ ਨਾਨਕ ਇਸ ਤਰ੍ਹਾਂ ਲਿਆ ਜਾਂਦਾ ਹੈ। ਪਾਕਿਸਤਾਨ ਵਾਲੇ ਪੀਰਾਨ ਪੀਰ ਗੁਰੂ ਨਾਨਕ, ਜਗਤ ਪੀਰ, ਜਾਰ ਪੀਰ, ਇਸ ਤਰ੍ਹਾਂ ਨਾਂ ਗੁਰੂ ਨਾਨਕ। ਜਾਰ ਪੀਰ ਵੀ ਮਹਾਰਾਜ ਦਾ ਨਾਂ ਰੱਖਿਆ ਗਿਆ। ਬੜਾ ਜਾਰਾ, ਬੜਾ ਸ਼ਕਤੀਸ਼ਾਲੀ ਗੁਰੂ ਨਾਨਕ ਦੇਵ ਮਹਾਰਾਜ। ਬੜੇ 27 ਨਾਂ ਦੱਸੇ ਜਾਂਦੇ ਨੇ ਜਿਨ੍ਹਾਂ ਦੀ ਸਰਚ ਹੋਈ, ਖੋਜ ਹੋਈ। ਕਹਿਣ ਲੱਗੇ ਜਿਹੜਾ ਸਾਂਝਾ ਨਾਂ ਰੱਖਿਆ ਇਹ ਸਾਂਝਾ ਹੈ, ਰੱਬ ਸਾਰਿਆਂ ਦਾ ਸਾਂਝਾ ਹੈ। ਪਿਤਾ ਕਲਿਆਣ ਦਾਸ ਜੀ ਕਹਿੰਦੇ ਕਿਵੇਂ? ਕਹਿੰਦੇ ਪਾਣੀ ਕਿਸੇ ਦਾ ਵੱਖਰਾ ਵੱਖਰਾ, ਹਿੰਦੂਆਂ ਦਾ, ਮੁਸਲਮਾਨਾਂ ਦਾ? ਕਹਿੰਦੇ ਨਾ, ਪਾਣੀ ਦਾ ਸਾਰਿਆਂ ਵਾਸਤੇ ਬਰਾਬਰ। ਠੀਕ ਹੈ, ਉਰਦੂ 'ਚ ਉਹਨੂੰ ਉਬ ਕਹਿੰਦੇ ਨੇ, ਫਾਰਸੀ 'ਚ ਆਬ ਕਹਿੰਦੇ ਨੇ, ਹਿੰਦੀ 'ਚ ਜਲ ਕਹਿੰਦੇ ਨੇ, ਪੰਜਾਬੀ 'ਚ ਪਾਣੀ ਕਹਿੰਦੇ ਨੇ, ਇੰਗਲਿਸ਼ 'ਚ ਵਾਟਰ ਕਹਿੰਦੇ ਨੇ। ਵਾਟਰ ਕਹਿ ਕੇ ਵੀ ਪਿਆਸ ਮਿਟਦੀ ਹੈ, ਉਬ ਕਹਿ ਕੇ ਵੀ ਪਿਆਸ ਮਿਟਦੀ ਹੈ, ਆਬ ਕਹਿ ਕੇ ਵੀ ਪਿਆਸ ਮਿਟਦੀ ਹੈ, ਜਲ ਕਹਿ ਕੇ ਵੀ ਪਿਆਸ ਮਿਟਦੀ ਹੈ। ਜੇ ਹਿੰਦੂ ਕਹਿੰਦੇ ਨੇ ਜਲ, ਤੇ ਇਹਦਾ ਇਹ ਮਤਲਬ ਥੋੜਾ ਵੀ ਉਹ ਪਿਆਸ ਨਹੀਂ ਮਿਟੇਗਾ। ਪੰਜਾਬੀ ਪਾਣੀ ਕਹਿਣਗੇ ਤਾਂ, ਇੰਗਲਿਸ਼ ਵਾਲੇ ਵਾਟਰ ਕਹਿਣਗੇ ਤਾਂ। ਕਹਿੰਦੇ ਵਾਹਿਗੁਰੂ ਰੱਬ ਇੱਕੋ ਹੀ ਹੈ। ਇਹ ਉਹ ਰੱਬ ਆਇਆ ਹੈ ਜਿਹਨੂੰ ਰਾਮ ਵੀ ਕਹਿੰਦੇ ਨੇ, ਜਿਹਨੂੰ ਗੋਡ ਵੀ ਕਹਿੰਦੇ ਨੇ, ਜਿਹਨੂੰ ਈਸ਼ਵਰ ਵੀ ਕਹਿੰਦੇ ਨੇ, ਜਿਹਨੂੰ ਭਗਵਾਨ ਵੀ ਕਹਿੰਦੇ ਨੇ, ਜਿਹਨੂੰ ਅੱਲਾ ਵੀ ਕਹਿੰਦੇ ਨੇ, ਜਿਹਨੂੰ ਪ੍ਰਮਾਤਮਾ ਵੀ ਕਹਿੰਦੇ ਨੇ। ਇਹ ਉਹ ਆਇਆ ਹੈ ਘਰ ਵਿੱਚ। ਇਹ ਸਾਂਝਾ ਨਾਂ ਤਾਂ ਹੈ, ਇਹਨੂੰ ਸਾਰੇ ਹੀ ਧਿਆਉਣਗੇ, ਇਹਨੂੰ ਸਾਰੇ ਹੀ ਮੰਨਣਗੇ। ਯਾਦ ਕਰ, ਰਾਮਚੰਦਰ ਜੀ ਆਏ 14 ਕਲਾਂ, ਸ੍ਰੀ ਕ੍ਰਿਸ਼ਨ ਭਗਵਾਨ ਜੀ ਆਏ 16 ਕਲਾਂ। ਉਹਨਾਂ ਨੂੰ ਕੇਵਲ ਹਿੰਦੂ ਮੰਨਦੇ ਸੀ, ਇਹਨਾਂ ਨੂੰ ਤਾਂ ਸਾਰਾ ਜਹਾਨ ਪੂਜੇਗਾ। ਕਿਉਂ? ਜਿਹੜਾ ਰਸਤੇ 'ਚ ਪੜਿਆ ਸੀ ਨਾ ਸ਼ਬਦ, ਕਿਰਪਾ ਕਰੂਗਾ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਤੂੰ ਹੀ ਨਿਰੰਕਾਰ ਹੈ, ਧੰਨ ਗੁਰੂ ਨਾਨਕ। ਫਿਰ ਸੁਣ, ਇਹਨੂੰ ਸਮੁੰਦਰ ਵੀ ਰਾਹ ਦੇਗਾ, ਇਹਨੂੰ ਆਸਮਾਨ ਵੀ ਰਾਹ ਦੇਗਾ, ਇਹਨੂੰ ਦਰਿਆ ਵੀ ਰਾਹ ਦੇਣਗੇ, ਇਹਨੂੰ ਧਰਤੀ ਵੀ ਰਾਹ ਦੇਵੇਗੀ। ਜਿੱਥੇ ਧਰਤੀ ਦੇ ਨਾਂ ਵੀ ਰਾਹ ਹੋਏਗਾ ਨਾ, ਸੱਸ ਜੀ ਜੱਬਲਪੁਰ ਦਾ ਇਲਾਕਾ ਸਾਰਾ ਪਹਾੜੀ ਇਲਾਕਾ। ਫਿਰ ਬਾਹਰ ਗਏ ਮਹਾਰਾਜ ਇਧਰ ਫੋਰਨ ਕੰਟਰੀਆਂ ਵੱਲ, ਉਧਰ ਵੀ ਤਾਂ ਫਿਰ ਸਾਰੇ ਪਹਾੜੀ ਸੀ ਤੇ ਮਹਾਰਾਜ ਨੂੰ ਸਾਰੇ ਰਾਹ ਦਿੰਦੇ ਸੀ। ਜਦੋਂ ਮਹਾਰਾਜ ਦੀ ਇੱਛਾ ਹੋਈ
ਸਮੁੰਦਰ ਤੇ ਜੀਵਾਂ ਦਾ ਭਲਾ ਕਰਨ ਦੀ ਰਾਜੇ ਸ਼ਿਵਨਾਮ ਕੋਲ ਗਏ ਸੀ ਨਾ ਸੱਚੇ ਪਾਤਸ਼ਾਹ। ਇੱਕ ਹੋਰ ਸੀ ਸਮੁੰਦਰ ਵਿੱਚ ਬੜੇ, ਇੱਕ ਨਹੀਂ ਵੈਸੇ ਤਾਂ ਕਈ ਸੀ ਜਨਮ ਸਾਖੀ ਚਾਹੁੰਦੇ ਜਿਨ੍ਹਾਂ ਦਾ ਸਮੁੰਦਰ ਵਿੱਚ ਹੀ ਭਲਾ ਕੀਤਾ, ਮੱਛ ਦਾ ਭਲਾ ਕੀਤਾ। ਇੱਕ ਵੱਡੀ ਇੰਨੀ ਮੱਛੀ ਸੀ ਕਈ ਮੀਲਾਂ ਤੱਕ। ਮਹਾਰਾਜ ਆਪਾਂ ਧਰਤੀ ਤੇ ਆ, ਮਹਾਰਾਜ ਕਹਿੰਦੇ ਨਹੀਂ ਮੱਛੀ ਤੇ। ਭਾਈ ਮਰਦਾਨਾ ਪੁੱਛਦਾ ਮਹਾਰਾਜ ਇੰਨੀ ਵੱਡੀ, ਮਹਾਰਾਜ ਕਹਿੰਦੇ ਦਾ ਵਕਤ ਅੰਤ ਆ ਗਿਆ, ਹੁਣ ਇਹਦਾ ਭਲਾ ਕਰਨਾ। ਸੰਬੰਧ ਸੀ ਇਹਦੇ ਨਾਲ ਕੁਛ, ਹੁਣ ਹੀ ਭਲਾ ਕਰਨਾ, ਇਹਦਾ ਟਾਈਮ ਆ ਗਿਆ। ਬੜੀ ਮੀਲਾਂ ਤੱਕ ਹੀ ਲੰਮੀ ਸੀ ਇੰਨੀ ਵੱਡੀ ਮੱਛੀ। ਇਹਨੂੰ ਸਮੁੰਦਰ ਵੀ ਰਾਹ ਦੇਣਗੇ, ਇਹਨੂੰ ਧਰਤੀ ਵੀ ਰਾਹ ਦੇਗੀ। ਜਦੋਂ ਮਹਾਰਾਜ ਗਏ ਨਾ ਸੱਚਖੰਡ, ਹੁਣ ਇੰਨੇ ਯੋਜਨ ਆ ਗਏ, ਇੰਨੇ ਯੋਜਨ ਆ ਗਏ, ਧਰੂ ਤਾਰੇ ਕੋਲ ਇੰਨੇ ਯੋਜਨ ਆ ਗਏ। ਅਸਮਾਨ 'ਚ ਹੀ ਸੀ ਉਦੋਂ ਮਹਾਰਾਜ, ਅਸਮਾਨ ਵੀ ਰਾਹ ਦੇਗਾ। ਪੰਡਤ ਹਰਦਿਆਲ ਕਹਿੰਦਾ ਮੇਰੀ ਬਦਕਿਸਮਤੀ ਹੋਵੇਗੀ ਜੇ ਮੈਂ ਅੱਖਾਂ ਨਾਲ ਨਾ ਵੇਖਾਂ ਕੌਤਕ ਐਸੇ ਮਹਾਨ ਪ੍ਰਤਾਪੀ ਦੇ। ਸ਼ਾਇਦ ਮੇਰੀ ਪਤਨੀ ਆਜੂ ਹੈ, ਪਤਾ ਨਹੀਂ ਅਰਾਬਲਾ ਹੈ ਕਿ ਨਹੀਂ, ਕਿ ਇਹਨਾਂ ਅੱਖਾਂ ਨਾਲ ਮੈਂ ਪਾਰ ਬ੍ਰਹਮ ਪਰਮੇਸ਼ਰ ਦੇ ਕੌਤਕ ਵੇਖਾਂ ਦੁਨੀਆ ਤੇ। ਪਰ ਇਹ ਜਿਹੜਾ ਤੇਰੇ ਘਰ ਆਇਆ ਬੜਾ ਪ੍ਰਤਾਪੀ ਹੈ। ਪਿਤਾ ਕਲਿਆਣ ਦਾਸ ਜੀ, ਖੁਸ਼ੀ ਹੋਈ ਬੜੀ। ਸਾਧ ਸੰਗਤ ਜੀ, ਮਾਤਾ ਤ੍ਰਿਪਤਾ ਨੂੰ ਪਿਤਾ ਕਲਿਆਣ ਦਾਸ ਨੂੰ ਨਹੀਂ ਪਤਾ ਲੱਗਾ ਕਿ ਰੱਬ ਸਾਡੇ ਘਰ ਆਇਆ। ਘਰ ਵਿੱਚ ਧੀ ਨੇ ਜਨਮ ਲਿਆ ਹੈ, 5 ਸਾਲ ਵੱਡੀ ਹੈ ਗੁਰੂ ਨਾਨਕ ਤੋਂ, ਬੇਬੇ ਨਾਨਕ। ਉਹਨੂੰ ਪਤਾ ਲੱਗ ਗਿਆ ਸੀ ਗੁਰੂ ਨਾਨਕ ਆਪ ਰੱਬ ਹੈ। ਜੇ ਕੋਈ ਪੁੱਛੇ ਨਾ ਗੁਰੂ ਨਾਨਕ ਦਾ ਪਹਿਲਾ ਸਿੱਖ ਬੇਬੇ ਨਾਨਕ। ਕਈ ਕਹਿੰਦੇ ਰਾਏ ਬੁਲਾਰ, ਰਾਏ ਬੁਲਾਰ ਨੂੰ ਤਾਂ ਬਾਅਦ ਚ ਪਤਾ ਲੱਗਾ ਹੈ ਗੁਰੂ ਨਾਨਕ ਪਾਰ ਬ੍ਰਹਮ। ਜਿੱਦਣ ਸੱਪ ਨੇ ਛਾਂ ਕੀਤੀ ਸੀ, ਜਿੱਦਣ ਉਜੜਿਆ ਖੇਤ ਧਰਿਆ ਫਿਰਿਆ ਹੋਇਆ ਸੀ, ਉਦਣ ਪਤਾ ਲੱਗਾ ਰਾਏ ਬੁਲਾਰ ਨੂੰ। ਤਾਂ ਬੇਬੇ ਨਾਨਕ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ। ਬੇਬੇ ਨਾਨਕ ਤਾਂ ਪਹਿਲਾਂ ਹੀ ਕਹਿਣ ਲੱਗੀ ਸੀ ਮੇਰਾ ਵੀਰਾ ਰੱਬ ਹੈ, ਰੱਬ ਰੂਪ ਦੁਨੀਆ ਤੇ ਆਪ ਆਇਆ ਹੈ। ਮਾਤਾ ਪਿਤਾ ਨੂੰ ਵੀ ਜਦੋਂ ਝਿੜਕਦੇ ਕਹਿੰਦੇ ਨਾ ਅੰਮੀਏ ਪਿਤਾ ਜੀ ਇਹਨੂੰ ਨਾ ਝਿੜਕੋ, ਇਹ ਤਾਂ ਦੁਨੀਆ ਨੂੰ ਤਾਰਨ ਵਾਸਤੇ ਆਇਆ। ਸਾਧ ਸੰਗਤ, ਦੁਨੀਆ ਤੇ ਪ੍ਰਚਾਰ ਕਰਨ, ਦੁਨੀਆ ਨੂੰ ਤਾਰਨ ਕਰਨ ਵਿੱਚ ਯੋਗਦਾਨ ਬੇਬੇ ਨਾਨਕੀ ਦਾ ਹੈ। ਗੁਰੂ ਨਾਨਕ ਦੇ ਮਹਾਰਾਜ, ਗੁਰੂ ਨਾਨਕ ਨੂੰ ਉਦਾਸੀਆਂ ਤੇ ਭੇਜਣ ਵਾਸਤੇ, ਗੁਰੂ ਨਾਨਕ ਨੂੰ ਆਪਣੇ ਕੋਲ ਰੱਖਣ ਵਾਸਤੇ, ਰਬਾਬ ਲੈ ਕੇ ਦੇਣ ਤੱਕ ਤੇ ਸਤ ਸੰਗ ਹੋਣਾ, ਦੀਵਾਨ ਸਜਾਉਣੇ, ਇਹਨਾਂ ਵਿੱਚ ਸਾਰਾ ਯੋਗਦਾਨ ਬੇਬੇ ਨਾਨਕੀ ਦਾ ਹੈ। ਦੱਸਾਂਗੇ ਕਿੱਥੋਂ ਸ਼ੁਰੂ ਹੋਇਆ। ਬੇਬੇ ਨਾਨਕੀ ਦੇ ਘਰ ਤੋਂ ਦੀਵਾਨ ਸ਼ੁਰੂ ਹੋਏ ਨੇ ਲੱਗਣੇ, ਸਤ ਸੰਗ ਹੋਣਾ ਸ਼ੁਰੂ, ਫਿਰ ਉਦਾਸੀਆਂ ਤੇ ਗਏ ਨੇ ਗੁਰੂ ਨਾਨਕ ਦੇਵ ਮਹਾਰਾਜ। ਇਸ ਕਰਕੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਜਦੋਂ ਘਰ ਵਿੱਚ ਪਹਿਲਾਂ ਪੁੱਤਰ ਹੁੰਦੇ ਸੀ, ਬਜ਼ੁਰਗ ਬੈਠੇ ਨੇ 50 ਸਾਲ ਪਹਿਲਾਂ, ਕੋਈ ਇੰਨੀਆਂ ਮਠਿਆਈਆਂ ਤੇ ਨਹੀਂ ਹੁੰਦੀ ਸੀ ਅੱਜ ਵਰਗੇ ਸਾਧਨ ਵੀ ਆ ਚੱਲ ਵੀ ਭੱਜ ਜਾ ਤੂੰ ਇੱਥੇ ਜਾ ਕੇ ਭੇਵੇ ਤੋਂ ਫੜ ਲਿਆ ਡੱਬਾ, ਐਵੇਂ ਦੇ ਸਾਧਨ ਤਾਂ ਕੋਈ ਨਹੀਂ ਸੀ ਉਦੋਂ। ਗੁੜ ਆਦਿਕ ਐਵੇਂ ਮਿੱਠਾ ਦਿੰਦੇ ਹੁੰਦੇ ਸੀ, ਗੁੜ ਆਦਿਕ ਦਿੱਤਾ ਜਾਂਦਾ, ਗੁੜ ਹੀ ਵੰਡਿਆ ਜਾਂਦਾ, ਹੱਦ ਬਸਤਰ ਦਿੱਤੇ ਜਾਂਦੇ ਸੀ। ਬਸ ਗੁੜ ਆਦਿਕ ਵੰਡਿਆ ਗਿਆ, ਮਿੱਠਾ ਮੂੰਹ ਕਰਾਇਆ ਗਿਆ। ਮਿੱਠਾ ਪ੍ਰਤੀਕ ਖੁਸ਼ੀ ਦਾ ਅਹਿਸਾਸ ਹੈ। ਜਦੋਂ ਵੀ ਮਿੱਠਾ ਬਣੇਗਾ ਨਾ ਖੁਸ਼ੀ 'ਚ ਬਣੇਗਾ। ਜਿਵੇਂ ਕੁਛ ਦਿਹਾੜੇ ਨੇ ਜਿੱਥੇ ਮਿੱਠਾ ਨਹੀਂ ਬਣਾਇਆ ਜਾਂਦਾ, ਜਿਵੇਂ ਸਾਹਿਬਜ਼ਾਦਿਆਂ ਦਾ ਦਿਹਾੜਾ ਹੁੰਦਾ, ਛੋਟੇ ਸਾਹਿਬਜ਼ਾਦਿਆਂ ਦਾ, ਇੱਕ ਦੁੱਖ ਦਾ ਸਮਾਂ, ਸਿੱਖ ਇਹਦੇ ਵਿੱਚ ਅਫਸੋਸ ਕਰਦਾ ਹੈ, ਅੱਖਾਂ ਨਹੀਂ ਸੁੱਕਦੀਆਂ। ਸਾਧ ਸੰਗਤ ਜੀ, ਕਿਉਂ 7-9 ਸਾਲ 13-18 ਸਾਲ ਮਹਾਰਾਜ ਦੇ ਸਾਹਿਬ, ਇੰਨਾ ਕੋਈ ਬੱਚਾ ਪੂਰਾ ਹੋਵੇ, ਕਿਸੇ ਨੂੰ ਰੋਟੀ ਨਹੀਂ ਸੁੱਝਦੀ, ਘਰ 'ਚ ਚੁੱਲ੍ਹਾ ਨਹੀਂ ਬਲਦਾ, ਮਠਿਆਈ ਕਿੱਥੋਂ ਖਾ ਲੇਗਾ ਸਿੱਖ। 7-9 ਸਾਲ ਦੀ ਉਮਰ ਜਦੋਂ ਸਾਹਿਬਜ਼ਾਦੇ ਦੇ ਨੇ, ਮਠਿਆਈ ਕਿਤੇ ਚੰਗੀ ਲੱਗਦੀ ਉੱਥੇ ਸਿੰਘ ਨੂੰ। ਗੁਰੂ ਦਾ ਸਿੱਖ ਹੈ ਪਿਆਰਿਆ, 10ਵੇਂ ਪਾਤਸ਼ਾਹ ਦੇ ਲਾਲ ਨੇ, ਲਾਲਾਂ ਵਾਲਾ ਬੈਠਾ ਪੁੱਤਰਾਂ ਵਾਲਾ। ਕੀ ਬੀਤਦੀ ਜਿਹਦੇ ਘਰ ਬੀਤੀ ਹੋਵੇ, ਜਿਹਦੇ ਘਰ ਇਹ ਦਿਨਾਂ ਵਿੱਚ 5 ਮੈਂਬਰ ਜਦੋਂ ਗਏ ਹੋਣ, ਉਦੋਂ ਮਠਿਆਈਆਂ ਤੇ ਨਹੀਂ ਚੰਗੀਆਂ ਲੱਗਦੀਆਂ। ਇਹ ਜ਼ਰੂਰੀ ਨੋਟ ਕਰਨ ਯੋਗ ਗੱਲ ਹੈ, ਇਹ ਇਸ ਤਰ੍ਹਾਂ ਨਹੀਂ ਗੱਲ ਹੈ, ਨੋਟ ਕਰਨ ਯੋਗ ਗੱਲ ਹੈ, ਧਿਆਨ ਰੱਖਣਾ ਪੈਣਾ ਇਹ ਗੱਲ ਦਾ ਆਉਣ ਵਾਲੇ ਸਮੇਂ 'ਚ। ਇਸ ਕਰਕੇ ਮਿੱਠਾ ਖੁਸ਼ੀ ਦਾ ਪ੍ਰਤੀਕ ਹੈ, ਖੁਸ਼ੀ ਨਾਲ ਮਿੱਠਾ ਵੰਡਿਆ ਗਿਆ, ਮਿੱਠਾ ਮੂੰਹ ਖਾਇਆ ਗਿਆ, ਬਸਤਰ ਵੰਡੇ ਗਏ। ਖੈਰ ਸਮਾਪਤੀ ਦਾ ਸਮਾਂ ਹੋ ਗਿਆ। ਆਓ ਹੁਣ ਵਧਾਈਆਂ ਦੇਈਏ ਸਾਰਿਆਂ ਨੂੰ। ਅੱਜ ਧਾਰਨਾ ਵੈਸੇ ਮਾਤਾ ਤ੍ਰਿਪਤਾ ਵਾਲੀ ਹੈ, ਕਿਉਂਕਿ ਮਾਤਾ ਤ੍ਰਿਪਤਾ ਨੂੰ ਵਧਾਈਆਂ ਮਿਲੀਆਂ ਸੀ।
ਜਦੋਂ ਕਿਸੇ ਘਰ ਪੁੱਤਰ ਹੁੰਦਾ ਨਾ ਉਦੋਂ ਵਧਾਈਆਂ ਮਿਲਦੀਆਂ ਨੇ। ਮਾਤਾ ਤ੍ਰਿਪਤਾ ਨੂੰ ਮਿਲਣ ਵਧਾਈਆਂ, ਤ੍ਰਿਪਤਾ ਨੂੰ ਮਿਲਣ ਵਧਾਈਆਂ। ਇਹ ਕੱਲ ਨੂੰ ਜਦੋਂ ਕੀਰਤਨ ਸ਼ੁਰੂ ਕਰਾਂਗੇ ਫਿਰ ਇੱਕ ਵਾਰੀ ਸ਼ਬਦ ਪੜਾਂਗੇ, ਕਿਉਂਕਿ ਹੁਣ ਥੋੜਾ ਸਮਾਂ ਜ਼ਿਆਦਾ ਲੱਗਣ ਕਰਕੇ ਨਾ ਸੰਗਤ ਦੀਆਂ ਵੀ ਸ਼ਾਇਦ ਲੱਗਦਾ ਬਿਰਤੀਆਂ ਲੱਗੀਆਂ ਨੇ, ਆਵਾਜ਼ ਆਈ ਨਹੀਂ ਮਾਈ ਵਾਲੀ ਪਾਸੋਂ। ਕੱਲ ਨੂੰ ਫਾਸਟ ਟਾਈਮ ਪੜਾਂਗੇ, ਪਹਿਲਾਂ ਕਾਗਰ ਚਿੱਤ ਹੋ ਕੇ ਵਧਾਈਆਂ ਦੇਣੀਆਂ ਨੇ। ਆਮ ਹੀ ਕਿਸੇ ਘਰ ਪੁੱਤਰ ਹੋਵੇ ਕਿਵੇਂ ਵਧਾਈਆਂ ਦੇਣੀਆਂ? ਮਾਤਾ ਤ੍ਰਿਪਤਾ ਨੂੰ ਦੇਣੀਆਂ ਨੇ, ਜਿਹੜਾ ਦੁਨੀਆ ਦਾ ਮਾਲਕ ਜਿਹਦੇ ਘਰ ਆਇਆ ਹੈ। ਗੱਜ ਵੱਜ ਕੇ ਦੇਵਾਂਗੇ ਕੱਲ ਨੂੰ ਵਧਾਈਆਂ। ਆਓ ਲਾਸਟ ਵਾਲੀ ਧਾਰਨਾ ਪੜੀਏ। ਵਧਾਈਆਂ ਹੋਵਣ ਸੰਗਤਾਂ ਨੂੰ, ਵਧਾਈਆਂ ਹੋਵਣ ਸੰਗਤਾਂ ਨੂੰ। ਗੁਰੂ ਨਾਨਕ ਦੇ ਪੁਰਬ ਦੀਆਂ ਵਧਾਈਆਂ ਹੋਵਣ, ਵਧਾਈਆਂ ਹੋਵਣ ਸੰਗਤਾਂ ਨੂੰ। ਗੁਰੂ ਨਾਨਕ ਦੇ ਗੁਰੂ ਨਾਨਕ ਦੇ ਪੁਰਬ ਦੀਆਂ। ਅੱਜ ਦੀ ਪ੍ਰਭਾਤ ਫੇਰੀ ਦਾ ਸੁਹਾਗਾ ਸਮਾਂ ਸਰਦਾਰ ਮੁਸਤਾਨ ਸਿੰਘ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਪਰਿਵਾਰ ਨੂੰ ਪ੍ਰਾਪਤ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ, ਸਰਦਾਰ ਮੁਸਤਾਨ ਸਿੰਘ ਦੇ ਸਾਰੇ ਪਰਿਵਾਰ ਬੱਚਿਆਂ ਬੱਚੀਆਂ ਤੇ ਮਿਹਰ ਪ੍ਰਿਆਤ ਰੱਖਣ। ਗੁਰਸਿੱਖੀ ਜੀਵਨ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ, ਵਿਦਿਆ ਦੇ ਦਾਨ ਬਖਸ਼ਿਸ਼ ਕਰਨ ਬੱਚਿਆਂ ਨੂੰ। ਬੇਨਤੀਆਂ ਪ੍ਰਵਾਨ ਕਰਨ, ਚੜ੍ਹਦੀ ਕਲਾ ਬਖਸ਼ ਕਰਨ, ਦੇਸਾਂ ਵਿਦੇਸਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।